ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਲੜੀਵਾਰ ਪ੍ਰਸੰਗ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਅਧਿਆਇ 42ਵੇਂ ਵਿੱਚ ਅੱਜ ਆਪਾਂ ਗੁਰੂ ਜੀ ਦੁਆਰਾ ਮਾਛੀਵਾੜਾ ਦੇ ਜੰਗਲ ਵਿੱਚ ਜਾਣ ਦਾ ਪ੍ਰਸੰਗ ਸਰਵਣ ਕਰਾਂਗੇ। ਆਓ ਬੜੇ ਪ੍ਰੇਮ ਨਾਲ ਇਹ ਪ੍ਰਸੰਗ ਸਰਵਣ ਕਰੀਏ। ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਘੋਰ ਧਨੁੱਖ ਬਾਣ ਨੂੰ ਆਪਣੇ ਹੱਥ ਵਿੱਚ ਲਿਆ ਅਤੇ ਆਪਣੇ ਨੇਤਰਾਂ ਨਾਲ ਤਿੱਖੇ ਤੀਰ ਵੇਖ ਕੇ ਚੁਣੇ। ਫਿਰ ਕਮਰ ਕੱਸਾ ਕੱਸਿਆ, ਤਲਵਾਰ ਧਾਰਨ ਕੀਤੀ, ਨਾਲ ਇੱਕ ਕਟਾਰ ਲਈ ਤੇ 2 ਪਿਸਤੌਲ ਕਮਰ ਕੱਸੇ ਵਿੱਚ ਕੱਸ ਕੇ ਚਮਕੌਰ ਦੀ ਗੜੀ ਵਿੱਚੋਂ ਬਾਹਰ ਆ ਗਏ। ਛੋਟੀ ਜਿਹੀ ਖਾਈ ਲੰਘ ਕੇ ਸਤਿਗੁਰੂ ਜੀ ਖੜੇ ਹੋ ਗਏ। ਫਿਰ ਸਿੰਘਾਂ ਨੂੰ ਇਸ ਪ੍ਰਕਾਰ ਬੋਲ ਕੇ ਸਤਿਗੁਰੂ ਜੀ ਨੇ ਫਰਮਾਇਆ, ਹੁਣ ਮੈਂ ਰੌਲਾ ਪਾਉਣਾ ਚਾਹੁੰਦਾ ਹਾਂ, ਸ਼ਸਤਰ ਫੜ ਕੇ ਸਾਵਧਾਨ ਹੋ ਜਾਓ। ਸਾਰੇ ਲਸ਼ਕਰ ਨੂੰ ਖਬਰ ਦੇ ਕੇ ਡੇਰਾ ਲੰਘ ਕੇ ਅੱਗੇ ਚੱਲੀਏ। ਇਸ ਪ੍ਰਕਾਰ ਕਹਿ ਕੇ ਦੋਵਾਂ ਹੱਥਾਂ ਦੀ ਤਾਲੀ ਮਾਰ ਕੇ ਸਤਿਗੁਰੂ ਜੀ ਬੜੀ ਉੱਚੀ ਆਵਾਜ਼ ਵਿੱਚ ਕਹਿਣ ਲੱਗੇ, ਹਿੰਦੂਆਂ ਦਾ ਪੀਰ ਹੁਣ ਚੱਲਿਆ ਹੈ, ਹੁਣ ਬਾਹਰ ਨਿਕਲੋ, ਮੈਨੂੰ ਆ ਕੇ ਘੇਰੋ। ਤੁਹਾਡੇ ਵਿੱਚ ਜਿਹੜਾ ਵੱਡਾ ਬਲਵਾਨ ਸੂਰਬੀਰ ਹੈ। ਸਤਿਗੁਰੂ ਜੀ ਨੇ ਆਪਣੇ ਮੁਖ ਤੋਂ ਕਹਿ ਕੇ ਦੂਰ ਦੂਰ ਤੱਕ ਆਪਣੇ ਬਚਨ ਸੁਣਾਏ। ਇੱਕ ਵਾਰ ਸੁਣ ਕੇ ਦੌੜੇ ਤੇ ਸੱਜੇ ਖੱਬੇ ਹੋ ਕੇ ਸਾਹਮਣੇ ਆਏ। 10,000 ਫੌਜ ਦੇ ਗਸ਼ਤੀ ਪਹਿਰੇਦਾਰ ਫਿਰਦੇ ਸਨ। ਆਵਾਜ਼ ਸੁਣ ਕੇ ਉਹ ਬਹੁਤ ਪ੍ਰਸੰਨ ਹੋ ਕੇ ਭੱਜੇ ਆਏ। 2 ਮਸ਼ਾਲਾਂ ਉਹਨਾਂ ਅੱਗੇ ਜਗ ਰਹੀਆਂ ਸਨ। ਆ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਵੇਖਿਆ। ਧਨੁੱਖ ਵਿੱਚ 2 ਤੀਰ ਰੱਖੇ ਹੋਏ ਸਨ। ਉਹ ਕੰਨ ਤੱਕ ਕਮਾਨ ਨੂੰ ਖਿੱਚ ਕੇ ਚਲਾ ਦਿੱਤੇ। ਉਹ ਬਿਜਲੀ ਵਾਂਗ ਕੜਕ ਕੇ ਗਏ ਤੇ ਉਹਨਾਂ ਨੇ ਦੋਵੇਂ ਜਗਦੀਆਂ ਮਸ਼ਾਲਾਂ ਕੱਟ ਦਿੱਤੀਆਂ ਤੇ ਬਹੁਤ ਸੂਰਬੀਰਾਂ ਨੂੰ ਵਿੰਨ ਦਿੱਤਾ। ਫਿਰ ਚਾਰੇ ਪਾਸੇ ਰੌਲਾ ਪੈ ਗਿਆ ਤੇ ਮਾਰੋ ਫੜੋ ਪੁਕਾਰਦੇ ਆ ਗਏ। ਜਦ ਘੋੜੇ ਭੱਜੇ ਤਾਂ ਉਹਨਾਂ ਦੇ ਪੈਰਾਂ ਦੀ ਬੜੀ ਖੇ ਉੱਡੀ ਤੇ ਇਸ ਪ੍ਰਕਾਰ ਬਹੁਤ ਅੰਧਾ ਧੁੰਦ ਹਨੇਰਾ ਛਾ ਗਿਆ। ਵੱਡਾ ਕੋਲਾਹਲ ਮਚ ਗਿਆ ਤੇ ਸੂਰਬੀਰ ਆਪਸ ਵਿੱਚ ਭਿੜ ਪਏ ਤੇ ਬਹੁਤ ਹਥਿਆਰ ਚੱਲੇ। ਬੰਦੂਕਾਂ ਚੱਲੀਆਂ, ਨੇਜ਼ੇ, ਤੀਰ, ਤਲਵਾਰਾਂ ਜੁੱਟ ਕੇ ਮਾਰਨ ਲੱਗ ਪਏ। ਪਿਤਾ ਪੁੱਤਰ ਦੇ ਸਿਰ ਵਿੱਚ ਮਾਰਦਾ ਸੀ, ਪੁੱਤਰ ਪਿਤਾ ਦੇ ਤਨ ਤੇ ਤਲਵਾਰ ਝਾੜਦਾ ਸੀ, ਭਰਾ ਭਰਾ ਨੂੰ ਮਾਰਦਾ ਸੀ, ਚਾਚਾ ਭਤੀਜੇ ਨੂੰ ਮਾਰਦਾ ਸੀ, ਦੋਸਤ ਦੋਸਤ ਨੂੰ ਤਲਵਾਰਾਂ ਮਾਰਦਾ ਸੀ। ਕਿਸੇ ਜਥੇਦਾਰ ਨੇ ਸਿਪਾਹੀ ਮਾਰ ਦਿੱਤਾ, ਕਿਸੇ ਸਿਪਾਹੀ ਨੇ ਜਥੇਦਾਰ ਮਾਰ ਦਿੱਤਾ। ਆਪਸ ਵਿੱਚ ਕੋਈ ਪਛਾਣ ਨਹੀਂ ਸੀ। ਉਸ ਸਮੇਂ ਉਹ ਰਾਤ ਕਿਆਮਤ ਦੀ ਰਾਤ ਬਣ ਗਈ। ਕਿਸੇ ਨੇ ਸਿਰ ਧੜ ਕਤਲ ਕਰ ਦਿੱਤਾ, ਕਿਸੇ ਦੇ ਹੱਥ ਪੈਰ ਝਾੜ ਦਿੱਤੇ। ਕਈ ਦਰੜੇ ਹੋਏ ਉੱਚੀ ਉੱਚੀ ਪੁਕਾਰ ਕਰਦੇ ਸਨ। ਕਿੱਥੋਂ ਤੱਕ ਕਹੀਏ, ਜਿਵੇਂ ਤੁਰਕਾਂ ਨਾਲ ਬੀਤੀ, ਮੂਰਖ ਬਿਨ ਮਾਰੇ ਹੀ ਮਰ ਗਏ। ਰਣ ਖੇਤਰ ਵਿੱਚ ਲੋਥਾਂ ਦੇ ਸੱਥਰ ਪਏ ਸਨ ਤੇ ਘੋੜੇ ਅਤੇ ਯੋਧੇ ਇਕੱਠੇ ਹੀ ਮਰ ਗਏ। ਜਿੱਥੇ ਕਿੱਥੇ ਲੋਥਾਂ ਉੱਪਰ ਲੋਥਾਂ ਚੜ੍ਹ ਗਈਆਂ ਤੇ ਲੋਥਾਂ ਦੇ ਵੱਡੇ ਅੰਬਾਰ ਲੱਗੇ ਦਿਸਦੇ ਸਨ। ਪਹਾੜੀ ਰਾਜਿਆਂ ਦੀ ਬਹੁਤ ਸੈਨਾ ਮਾਰੀ ਗਈ। ਇੱਕ ਪਹਿਰ ਤੱਕ ਲੋਹਾ ਖੜਕਿਆ, ਮਾਨੋ ਲੋਹਾਰ ਬੜੀ ਕਾਲੀ ਕਾਲੀ ਹਥਿਆਰ ਘੜ ਰਿਹਾ ਸੀ। ਇਸ ਪ੍ਰਕਾਰ ਚਮਕੌਰ ਸਾਹਿਬ ਵਿੱਚ ਬਹੁਤ ਹਥਿਆਰ ਚੱਲੇ ਤੇ ਵੱਡਾ ਹਨੇਰ ਮਚ ਗਿਆ ਤੇ ਚਾਰੇ ਪਾਸੇ ਦੇ ਸਥਾਨ ਵਿਕਰਾਲ ਰੂਪ ਧਾਰਨ ਕਰ ਗਏ। ਸਤਿਗੁਰੂ ਜੀ ਵੈਰੀਆਂ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਦਲ ਦੇ ਇੱਕ ਪਾਸੇ ਤੋਂ ਨਿਕਲ ਗਏ। ਦੂਸਰੀ ਦਿਸ਼ਾ ਵਿੱਚ 3 ਸਿੰਘ ਜਿਹੜੇ ਵਿਛੜ ਗਏ ਸਨ, ਉਹ ਸਤਿਗੁਰੂ ਜੀ ਤੋਂ ਅੱਗੇ ਚਲੇ ਗਏ। ਗੜੀ ਵਿੱਚੋਂ 2ਵੇਂ ਸਿੰਘ ਉਸੇ ਪ੍ਰਕਾਰ ਛੇਤੀ ਛੇਤੀ ਬੰਦੂਕਾਂ ਛੱਡਦੇ ਗਏ। ਵੈਰੀ ਡਰ ਧਾਰ ਕੇ ਨੇੜੇ ਨਹੀਂ ਪਹੁੰਚਦੇ ਸਨ। ਮਰੇ ਹੋਏ ਵੈਰੀਆਂ ਦੀਆਂ ਚਾਰੇ ਪਾਸੇ ਲੋਥਾਂ ਦੇ ਢੇਰ ਪਏ ਸਨ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਰੇ ਲਸ਼ਕਰ ਨੂੰ ਪਾਰ ਕਰਕੇ ਬਾਹਰ ਨਿਕਲ ਗਏ। 1.25 ਕੋਹ ਜਦ ਚੱਲ ਕੇ ਗਏ ਤਾਂ ਇੱਕ ਝੀਲ ਵਿੱਚ ਜੰਡ ਦਾ ਦਰਖਤ ਵੇਖਿਆ। ਉੱਥੇ ਬੈਠ ਗਏ। ਜਦ ਕੁਝ ਸਮਾਂ ਬੀਤਿਆ ਤਾਂ 2 ਮਨੁੱਖ ਮੱਝਾਂ ਲੱਭਣ ਆਏ। ਉਹਨਾਂ ਵਿੱਚ ਇੱਕ ਮੱਝਾਂ ਦਾ ਮਾਲਕ ਸੀ, ਇੱਕ ਮੱਝਾਂ ਦਾ ਪਾਲਕ ਸੀ। ਉਹ ਇੱਧਰ ਉੱਧਰ ਕਈ ਪ੍ਰਕਾਰ ਮੱਝਾਂ ਨੂੰ ਲੱਭ ਰਹੇ ਸਨ। ਚਾਂਦਨੀ ਰਾਤ ਵਿੱਚ ਉੱਥੇ ਉਹਨਾਂ ਨੇ ਵੇਖਿਆ ਗੁਰੂ ਜੀ ਬੈਠੇ ਅਰਦਾਸ ਕਰ ਰਹੇ ਸਨ। ਤੁਸੀਂ ਕੌਣ ਹੋ? ਗੁਰੂ ਜੀ ਨੇ ਪੁੱਛਿਆ। ਇਹ ਸੁਣ ਕੇ ਮੱਝ ਦਾ ਮਾਲਕ ਬੋਲਿਆ, ਅਸੀਂ ਮੱਝ ਲੱਭਦੇ ਹਾਂ। ਇਹ ਗੱਲ ਸੁਣ ਕੇ ਦੂਸਰਾ ਭਾਵ ਨੌਕਰ ਜਿਹੜਾ ਪਿੱਛੇ ਆ ਰਿਹਾ ਸੀ, ਉਸਨੇ ਸੁਣ ਕੇ ਕਿਹਾ, ਕਿਸ ਨਾਲ ਬੋਲਦਾ ਹੈ? ਕੀ ਮੱਝ ਮਿਲ ਗਈ ਹੈ?
ਮੈਂ ਲੱਭਣ ਵਾਸਤੇ ਅੱਗੇ ਜਾਵਾਂ ਕਿ ਨਹੀਂ। ਇੱਧਰ ਮੱਝ ਨਹੀਂ ਹੈ, ਸਤਿਗੁਰੂ ਜੀ ਬੈਠੇ ਹਨ, ਮੈਂ ਇਸ ਥਾਂ ਉਹਨਾਂ ਨਾਲ ਬੋਲ ਰਿਹਾ ਸੀ। ਗੁਰੂ ਜੀ ਇਸ ਥਲ ਵਿੱਚ ਕਿੱਥੋਂ ਆ ਗਏ? ਉਹ ਤਾਂ ਕਿਲੇ ਵਿੱਚ ਘਿਰੇ ਹੋਏ ਵੱਡੀ ਜੰਗ ਲੜ ਰਹੇ ਹਨ। ਉਹ ਕੋਈ ਹੋਰ ਹੋਣਗੇ, ਤੂੰ ਨਹੀਂ ਜਾਣਿਆ ਹੈ। ਇਹ ਸੁਣ ਕੇ ਮਾਲਕ ਤੁਰੰਤ ਉਸ ਨੂੰ ਕਹਿਣ ਲੱਗਾ, ਘੇਰਾ ਛੱਡ ਕੇ ਨਿਕਲ ਕੇ ਆਏ ਹਨ। ਤਦ ਗੁਰੂ ਜੀ ਨੇ ਕਿਹਾ, ਉੱਚੀ ਨਾ ਬੋਲੋ, ਆਓ ਤੁਹਾਨੂੰ ਚੰਗਾ ਪਦਾਰਥ ਦਿੰਦੇ ਹਾਂ। ਇਹ ਸੁਣ ਕੇ ਉਹ ਉਮੰਗ ਧਾਰ ਕੇ ਆਇਆ। ਗੁਰੂ ਜੀ ਨੇ ਉਸ ਨੂੰ ਹੀਰੇ ਜਵਾਹਰਾਤ ਵਾਲੀ ਖੰਜਰ ਦਿੱਤੀ। ਉਹ ਲੈ ਕੇ ਮੱਝ ਵਾਲਾ ਬਹੁਤ ਪ੍ਰਸੰਨ ਹੋਇਆ। ਚਾਹੁੰਦਾ ਸੀ ਰੌਲਾ ਪਾਵਾਂ ਤੇ ਤੁਰਕ ਬੁਲਾਵਾਂ, ਸਾਰੇ ਮੱਝ ਬਰਾਬਰ ਧਨ ਦੇਣਗੇ। ਇਹ ਜਾਣ ਕੇ ਗੁਰੂ ਜੀ ਉਸ ਸਮੇਂ ਬੋਲੇ, ਤੈਨੂੰ ਕੁਝ ਹੋਰ ਧਨ ਦਈਏ? ਜਦ ਲਾਲਚ ਕਰਕੇ ਪਾਸ ਪਹੁੰਚਿਆ ਤਾਂ ਗੁਰੂ ਜੀ ਨੇ ਕਿਹਾ, ਇਸ ਥਾਂ ਖੰਜਰ ਰੱਖ ਦਿਓ। ਜਦ ਖੰਜਰ ਧਰਨ ਲੱਗਾ ਤਾਂ ਗੁਰੂ ਜੀ ਨੇ ਝੁਕਿਆ ਜਾਣ ਕੇ ਉਲਟੀ ਚਪੇੜ ਮਾਰੀ, ਜਿਹੜੀ ਮੁੱਖ ਤੇ ਲੱਗੀ ਤੇ ਦੰਦ ਟੁੱਟ ਗਿਆ ਤੇ ਉਸੇ ਸਮੇਂ ਗੂੰਗਾ ਹੋ ਗਿਆ, ਬੋਲ ਨਹੀਂ ਸਕਦਾ ਸੀ। ਦੂਸਰਾ ਸਾਥੀ ਬਹੁਤ ਵਿਧੀਆਂ ਨਾਲ ਬੁਲਾਉਂਦਾ ਸੀ, ਕੀ ਹੋ ਗਿਆ ਹੈ? ਜ਼ੁਬਾਨ ਬੋਲਣ ਤੋਂ ਰਹਿ ਗਈ ਹੈ? ਭੱਜ ਕੇ ਆਪਸ ਵਿੱਚ ਮਿਲੇ, ਪੁੱਛਣ ਤੇ ਕੁਝ ਵੀ ਨਾ ਕਿਹਾ। ਉਸਨੇ ਜਾਣਿਆ ਕਿ ਮੱਤ ਮਾਰੀ ਗਈ ਹੈ। ਉੱਠ ਕੇ ਸਤਿਗੁਰੂ ਜੀ ਚੱਲ ਪਏ। ਕਿਸੇ ਰਾਹ ਤੋਂ ਬਗੈਰ ਹੀ ਹੌਲੀ ਹੌਲੀ ਸਹਿ ਸੁਭਾਅ ਚੱਲ ਪਏ। ਇਕੱਲੇ ਰਹਿ ਗਏ ਤੇ ਇਸ ਪ੍ਰਕਾਰ ਉਪਮਾ ਬਣੀ ਹੈ ਜਿਵੇਂ ਸੀਤਾ ਲਛਮਣ ਜੀ ਬਿਨਾਂ ਰਾਮ ਜੀ ਵਣ ਵਿੱਚ ਰਹਿ ਗਏ ਹਨ। ਕਦੀ ਵੀ ਪੈਦਲ ਰਾਹੇ ਰਾਹਾ ਨਹੀਂ ਚੱਲੇ ਸਨ। ਪਹਿਲਾਂ ਹਮੇਸ਼ਾ ਘੋੜਸਵਾਰੀ ਕਰਦੇ ਸਨ। ਜਿਵੇਂ ਕ੍ਰਿਸ਼ਨ ਜੀ ਨੇ ਵੱਡਾ ਦੁੱਖ ਭੋਗਿਆ ਸੀ, ਉਸ ਪ੍ਰਕਾਰ ਹੀ ਗੁਰੂ ਜੀ ਨੇ ਵੱਡੀ ਬਿਪਤਾ ਭੋਗੀ, ਪਰ ਇਸ ਦਾ ਉਹਨਾਂ ਨੇ ਕਿਸੇ ਪ੍ਰਕਾਰ ਦਾ ਵੀ ਦੁੱਖ ਨਾ ਮਨਾਇਆ। ਪੈਦਲ ਕਈ ਕੋਹਾਂ ਤੱਕ ਚੱਲ ਕੇ ਗਏ। ਫਿਰ ਥੱਕ ਕੇ ਸਤਿਗੁਰੂ ਜੀ ਇੱਕ ਥਾਂ ਬੈਠ ਗਏ। ਮਾਛੀਵਾੜੇ ਤੋਂ ਕੁਝ ਥਾਂ ਪਰੇ ਸਨ, ਜਿੱਥੇ ਹੁਣ ਵੀ ਝਾੜ ਨਿਸ਼ਾਨੀ ਵਜੋਂ ਹਨ। ਉੱਥੇ ਗੁਰੂ ਜੀ ਨੇ ਆਪਣਾ ਜੋੜਾ ਝਾੜਿਆ, ਜਿਹੜਾ ਰੇਤ ਅਤੇ ਘੱਟੇ ਨਾਲ ਭਰ ਕੇ ਮੈਲਾ ਹੋਇਆ ਸੀ। ਹੌਲੀ ਹੌਲੀ ਫਿਰ ਅੱਗੇ ਚੱਲਦੇ ਗਏ। ਜਦ ਰਾਤ ਇੱਕ ਪਹਿਰ ਰਹਿ ਗਈ ਪਛਾਣੀ, ਉੱਥੇ ਜੰਗਲ ਵਿੱਚ ਇੱਕ ਅੱਕ ਦਾ ਬੂਟਾ ਖੜਾ ਸੀ, ਜਿਸ ਦੇ ਪੱਤੇ ਬਹੁਤ ਹਰੇ ਸਨ। ਉਸ ਅੱਕ ਦੇ ਪੱਤੇ ਨੂੰ ਤੋੜ ਲਿਆ। ਇੱਕ ਪੱਤੇ ਉੱਤੇ ਅੱਕ ਦਾ ਦੁੱਧ ਚੋਇਆ ਤੇ ਕੁਝ ਇਕੱਠਾ ਕਰਕੇ ਪੀ ਲਿਆ। ਫਿਰ ਰਾਹੇ ਰਾਹ ਅੱਗੇ ਚੱਲ ਪਏ। ਮਾਛੀਵਾੜੇ ਨੂੰ ਉੱਥੋਂ ਨੇੜੇ ਹੀ ਜਾਣਿਆ। ਇੱਕ ਚੰਗਾ ਸਥਾਨ ਵੇਖ ਕੇ ਸਤਿਗੁਰੂ ਮਹਾਰਾਜ ਜੀ ਉੱਥੇ ਟਿਕ ਗਏ, ਜਿਹੜੇ ਗਰੀਬਾਂ ਵਾਸਤੇ ਵੱਡੇ ਦਾਨੀ ਹਨ। ਅੱਕ ਦਾ ਦੁੱਧ ਪੀਣ ਨਾਲ ਸਰੀਰ ਵਿੱਚ ਕੁਝ ਆਸਰਾ ਹੋਇਆ। ਦੂਸਰੀ ਥਕਾਵਟ ਬਹੁਤ ਹੋ ਗਈ ਸੀ। 2 ਦਿਨ ਭਿਆਨਕ ਯੁੱਧ ਕੀਤਾ ਸੀ ਤੇ ਕਿਸੇ ਸਮੇਂ ਵੀ ਆਰਾਮ ਨਹੀਂ ਕੀਤਾ ਸੀ। ਪ੍ਰਭੂ ਜੀ ਸੁੱਤੇ ਨਹੀਂ ਸਨ, ਇਸ ਕਰਕੇ ਸਰੀਰ ਵਿੱਚ ਸੁਸਤੀ ਛਾ ਗਈ, ਜਿਸ ਨੂੰ ਗੁਰੂ ਜੀ ਟਾਲ ਨਾ ਸਕੇ। ਚਰਨਾਂ ਵਿੱਚ ਕਮਲ ਦੀਆਂ ਪੰਕਤੀਆਂ ਉੱਪਰ ਮੋਤੀਆਂ ਦੀ ਤਰ੍ਹਾਂ ਛਾਲੇ ਪੈ ਗਏ ਸਨ। ਅੱਗੇ ਚੱਲਣ ਦੇ ਸਮਰੱਥ ਨਹੀਂ ਸਨ। ਦੂਸਰਾ, ਨੀਂਦ ਨੇ ਬਹੁਤ ਜ਼ੋਰ ਪਾਇਆ ਸੀ। ਸਤਿਗੁਰੂ ਜੀ ਨੇ ਬਹੁਤ ਕੀਮਤੀ ਰੇਸ਼ਮੀ ਕੱਪੜੇ ਪਹਿਨੇ ਹੋਏ ਸਨ। ਇੱਕ ਕੱਪੜੇ ਨੂੰ ਉਹਨਾਂ ਨੇ ਆਪਣੇ ਅੰਗਾਂ ਨਾਲੋਂ ਖੋਲ੍ਹਿਆ। ਫਿਰ ਖੂਹ ਨਾਲੋਂ ਇੱਕ ਟਿੰਡ ਖੋਲ੍ਹੀ ਤੇ ਉਸ ਨੂੰ ਕੱਪੜੇ ਵਿੱਚ ਲਪੇਟ ਕੇ ਸਿਰਹਾਣੇ ਰੱਖ ਲਿਆ ਤੇ ਕੁਝ ਕੱਪੜਾ ਥੱਲੇ ਵਿਛਾ ਕੇ ਲੰਮੇ ਪੈ ਗਏ। ਯੁੱਧ ਦੀ ਚਾਹਤ ਵਾਲੇ ਕਮਰ ਕੱਸੇ ਨੂੰ ਉਸ ਤਰ੍ਹਾਂ ਹੀ ਰਹਿਣ ਦਿੱਤਾ। ਬਹੁਤ ਥੱਕ ਗਏ ਸਨ, ਬਹੁਤ ਸੁਸਤੀ ਪੈ ਗਈ ਸੀ। ਕੁਝ ਅੱਕ ਦੇ ਦੁੱਧ ਦਾ ਵੀ ਆਸਰਾ ਹੋਇਆ ਸੀ। ਉੱਥੇ ਬਹੁਤ ਹੀ ਰਮਣੀਕ ਹਵਾ ਚੱਲ ਰਹੀ ਸੀ ਤੇ ਫਿਰ ਸਤਿਗੁਰੂ ਜੀ ਦੇ ਕਮਲ ਨੈਣ ਕਮਲਾਂ ਵਾਂਗ ਮੀਟ ਗਏ। ਨੀਂਦ ਵਸ ਹੋ ਕੇ ਆਰਾਮ ਕੀਤਾ। ਫਿਰ ਕਠੋਰ ਧਨੁੱਖ ਅੱਗੇ ਧਰਿਆ। ਉਹ ਪਿਸਤੌਲ ਜਿਹੜੇ ਕਮਰ ਕੱਸੇ ਵਿੱਚ ਧਾਰਨ ਕੀਤੇ ਸਨ, ਉਹਨਾਂ ਨੂੰ ਤਿਆਰ ਕੀਤਾ ਤੇ ਤੀਰਾਂ ਦੇ ਪੱਥੇ ਨੂੰ ਅੰਗ ਨਾਲ ਲਾਇਆ। ਕਹਿੰਦੇ ਹਨ ਕਿ ਇੱਥੇ ਹੀ 10ਵੇਂ ਪਾਤਸ਼ਾਹ ਨੇ ਇਹ ਖਿਆਲ ਉਚਾਰਨ ਕੀਤਾ ਸੀ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਟ ਖੇੜਿਆਂ ਦਾ ਰਹਿਣਾ। ਰਾਜਾ ਰਾਮਚੰਦਰ ਜਿਵੇਂ ਸਭ ਕੁਝ ਹਾਥੀ ਘੋੜੇ ਪਾਲਕੀਆਂ ਰਥ ਆਦਿ ਅਸਵਾਰੀਆਂ ਛੱਡ ਕੇ ਗਏ ਸਨ, ਆਗਿਆਕਾਰ ਮਿੱਤਰ ਸਰਬ ਪ੍ਰਕਾਰ ਦੀਆਂ ਬਾਹਣੀਆਂ, ਸੋਨੇ ਦੇ ਮਹਿਲ, ਸੋਨੇ ਦੇ ਪਲੰਘ, ਜਿਨ੍ਹਾਂ ਉੱਤੇ ਦੁੱਧ ਦੀ ਝੱਗ ਵਰਗੇ ਚਿੱਟੇ ਕੱਪੜੇ ਵਿਛੇ ਹੋਏ ਸਨ, ਉਹਨਾਂ ਸਭ ਨੂੰ ਛੱਡ ਕੇ ਜੰਗਲ ਵਿੱਚ ਇਕੱਲੇ ਹੀ ਸੁੱਤੇ ਸਨ। ਸਤਿਗੁਰੂ ਭਗਵਾਨ ਜੀ ਵੀ
ਉਸ ਪ੍ਰਕਾਰ ਹੀ ਜੰਗਲ ਵਿੱਚ ਪਏ ਦਿਖਾਈ ਦੇ ਰਹੇ ਸਨ। ਚਾਰੇ ਪਾਸੇ ਸੂਰਬੀਰ ਸਾਵਧਾਨ ਹੋ ਕੇ ਰਾਤ ਸਮੇਂ ਗੁਰੂ ਜੀ ਦੀ ਰੱਖਿਆ ਕਰਦੇ ਸਨ। ਹਜ਼ਾਰਾਂ ਨੌਕਰ ਸੇਵਾ ਕਰਦੇ ਸਨ ਤੇ ਰਾਗੀਆਂ ਦੇ ਸ਼ਬਦ ਸੁਣ ਕੇ ਜਾਗਦੇ ਸਨ। ਜ਼ਰੀ ਅਤੇ ਗੱਚ ਦੇ ਰੰਗ ਬਰੰਗੇ ਫਰਸ਼ਾਂ ਉੱਪਰ ਚੰਦੋਏ ਤਾਣਦੇ ਸਨ। ਹੁਣ ਵਿਛੋਣੇ ਤੋਂ ਬਗੈਰ ਹੀ ਗੁਰੂ ਜੀ ਭੂਮੀ ਦੀ ਸੇਜ ਬਣਾ ਕੇ ਲੰਮੇ ਪਏ ਸਨ। ਇਹ ਇੱਕ ਬਹੁਤ ਵੱਡੀ ਅਸਚਰਜ ਵਾਲੀ ਗੱਲ ਸੀ। ਧੰਨ ਧੰਨ ਸਤਿਗੁਰੂ ਗੁਰਦੇਵ ਜੀ ਹਨ, ਜਿਨ੍ਹਾਂ ਦੀ ਸੁੱਖ ਦੁੱਖ ਵਿੱਚ ਬਿਰਤੀ ਸਮਾਨ ਹੀ ਰਹਿੰਦੀ ਹੈ, ਜਿਨ੍ਹਾਂ ਨੂੰ ਕਿਸੇ ਪ੍ਰਕਾਰ ਦੀ ਖੁਸ਼ੀ ਗਮੀ ਨਹੀਂ ਹੈ ਤੇ ਨਾ ਹੀ ਕਿਸੇ ਨਾਲ ਪ੍ਰੇਮ ਤੇ ਈਰਖਾ ਹੈ। ਸੋ ਸਾਧ ਸੰਗਤ ਜੀ, ਇੱਥੇ 6ਵੀਂ ਰੁੱਤ ਦਾ 42ਵਾਂ ਅਧਿਆਇ ਸਮਾਪਤ ਹੁੰਦਾ ਹੈ ਜੀ। ਪ੍ਰਸੰਗ ਸੁਣਾਉਂਦੇ ਹੋਈਆਂ ਅਨੇਕ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।